ਸਾਡੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ ਜੀ ਨੇ ਸ਼੍ਰੋਮਣੀ ਅਕਾਲੀ ਦਲ ਤੋਂ। ਪੀਰ ਮੁਹੰਮਦ ਸਾਹਿਬ, ਅਕਾਲੀ ਦਲ ਇਸ ਨੂੰ ਕਿਵੇਂ ਦੇਖ ਰਿਹਾ ਹੈ? ਕਿਉਂਕਿ ਤਿਆਰੀਆਂ ਦਾ ਜ਼ਿਕਰ ਤਾਂ ਤੁਸੀਂ ਲਗਾਤਾਰ ਕਰ ਰਹੇ ਹੋ। ਦੂਜੀ ਗੱਲ ਇਹ ਵੀ ਹੈ ਕਿ ਹੁਣ ਤੱਕ ਤੁਸੀਂ ਸਵਾਲ ਚੁੱਕਦੇ ਆਏ ਹੋ HSGMC ਦੀ ਹੋਣ ਦੇ ਉੱਤੇ ਕਿ ਨਹੀਂ ਹੋਣੀ ਚਾਹੀਦੀ ਸੀ ਕਮੇਟੀ, ਪਰ ਹੁਣ ਇਹ ਵੀ ਸਮਝਿਆ ਜਾਵੇ ਕਿ ਠੀਕ ਹੈ, ਤੁਸੀਂ ਵੀ ਸਮਝ ਲਿਆ ਕਿ ਹੁਣ ਕਮੇਟੀ ਤਾਂ ਬਣ ਗਈ, ਹੁਣ ਇਲੈਕਸ਼ਨ ਦੇ ਜ਼ਰੀਏ ਹੀ ਜੋ ਅੱਗੇ ਦੀ ਰਣਨੀਤੀ ਉਹ ਬਣਾਈ ਜਾਵੇ। ਗੌਰਵ ਜੀ, ਅੱਗੇ ਆਪਾਂ ਵੇਖਦੇ ਹੁੰਦੇ ਸੀ ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ, ਉੱਥੇ ਰਾਜ ਪਲਟੇ ਹੁੰਦੇ ਆ, ਲੇਕਿਨ ਹੁਣ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿੱਚ ਪਤਾ ਨਹੀਂ ਕਿਹੜੇ ਵੇਲੇ ਰਾਜ ਪਲਟਾ ਹੋ ਜਾਣਾ ਜੀ। ਉਹ ਤੁਹਾਡੇ ਸਾਹਮਣੇ ਆ। ਪਹਿਲਾਂ ਝਿੰਡਾ ਸਾਹਿਬ ਤੇ ਨਲਵੀ ਸਾਹਿਬ ਦੀ ਜੋੜੀ ਸੀ, ਫਿਰ ਭਾਈ ਬਲਜੀਤ ਸਿੰਘ ਦਾਦੂਵਾਲ ਆ ਗਏ ਜੀ, ਫਿਰ ਉਸ ਤੋਂ ਬਾਅਦ ਮਹੰਤ ਕਰਮਜੀਤ ਸਿੰਘ ਆ ਗਏ, ਤੇ ਅੱਜ ਅਚਨਚੇਤ ਸਰਦਾਰ ਭੁਪਿੰਦਰ ਸਿੰਘ ਸੰਧ ਜਿਹੜੇ ਆ, ਉਹਨਾਂ ਨੇ ਆਪ ਹੀ ਮੰਨ ਲਿਆ ਕਿ ਸਾਨੂੰ ਸਰਕਾਰ ਨੇ ਨਾਮਜ਼ਦ ਕੀਤਾ ਹੈ, ਤੇ ਮੈਂ ਵੀ ਉਹਨਾਂ ਨੂੰ ਮੁਬਾਰਕਬਾਦ ਦੇਣਾ। ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਦੇਖੋ, ਇਹ ਜਿਹੜਾ ਅਸੀਂ ਆਪਣਾ ਧਾਰਮਿਕ ਖੇਤਰ ਦੇ ਵਿੱਚ ਸਾਡਾ ਆਪਸੀ ਜਿਹੜਾ ਹੈਗਾ ਟਕਰਾਅ ਹੈ, ਤਕਰਾਰਬਾਜ਼ੀ ਹੈ, ਜਾਂ ਜਿਹੜੇ ਸਾਡੇ ਵਿਚਾਰਧਾਰਕ ਮਤਭੇਦ ਨੇ, ਉਹਨਾਂ ਦਾ ਕਾਰਨ ਹੀ ਬਣਿਆ ਹੈ ਕਿ ਅਸੀਂ ਅੱਜ ਸਰਕਾਰਾਂ ਦੇ ਉੱਤੇ ਡਿਪੈਂਡ ਕਰਨ ਲੱਗ ਪਏ ਆ। ਕਿ ਪਹਿਲਾਂ ਹੁੱਡਾ ਸਰਕਾਰ ਤੇ ਮੌਜੂਦਾ ਸਮੇਂ ਦੇ ਵਿੱਚ ਮਨੋਹਰ ਲਾਲ ਖੱਟਰ ਦੀ ਸਰਕਾਰ, ਸੋ ਖੱਟਰ ਸਾਹਿਬ ਹੁਣ ਸਾਰਿਆਂ ਨੂੰ ਖੁਸ਼ ਕਰਨ ਤੇ ਲੱਗੇ ਹੋਏ ਨੇ। ਲੇਕਿਨ ਹੁਣ ਜਿਵੇਂ ਇਹਨਾਂ ਨੇ ਗੱਲ ਕਹੀ ਹੈ ਕਿ ਚੋਣਾਂ ਅਸੀਂ ਕਰਾਵਾਂਗੇ, ਪਰ ਮੈਨੂੰ ਨਹੀਂ ਲੱਗਦਾ ਕਿ ਅਸੀਂ ਤਾਂ ਆਪਣੇ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਕਿ ਹਰ ਹਾਲਤ ਦੇ ਵਿੱਚ ਚੋਣਾਂ ਜਿਹੜੀਆਂ ਸਮੇਂ ਸਿਰ ਕਰਾ ਦਿੱਤੀਆਂ ਜਾਣ। ਅੱਜ ਵੀ ਸਾਡੇ ਸੀਨੀਅਰ ਸਾਥੀ ਆਪਣੇ ਸਰਦਾਰ ਚਰਨਜੀਤ ਸਿੰਘ ਬਰਾੜ ਅੰਬਾਲੇ, ਮੈਂ ਵੀ ਉਹਨਾਂ ਦੇ ਨਾਲ ਜਾਣਾ ਸੀ, ਪਰ ਮੇਰੇ ਮਾਸੀ ਜੀ ਦਾ ਦੇਹਾਂਤ ਹੋ ਗਿਆ, ਮੈਂ ਉੱਥੇ ਚਲਾ ਗਿਆ। ਅੱਜ ਮੈਂ ਲਾਡਵੇ ਦੇ ਵਿੱਚ ਸੀ, ਲਾਡਵੇ ਦੇ ਵਿੱਚ ਬਹੁਤ ਸਾਰੇ ਜਿਹੜੇ ਸਾਡੇ ਸਿੱਖ ਨੇ, ਉਹਨਾਂ ਨਾਲ ਮੇਰੀ ਗੱਲਬਾਤ ਵੀ ਹੋਈ। ਉਹ ਇਸ ਗੱਲ ਤੋਂ ਦੁਖੀ ਨੇ। ਉਹ ਇਹ ਗੱਲ ਕਹਿੰਦੇ ਆ ਕਿ ਆਪਸੀ ਜਿਹੜਾ ਟਕਰਾਰ ਹੈ, ਜਿਸ ਤਰੀਕੇ ਦੇ ਨਾਲ ਇਹ ਅੱਜ ਮਾਹੌਲ ਬਣਿਆ ਹੋਇਆ, ਗਾਲੀ ਗਲੋਚ ਤਾਂ ਗੱਲਾਂ ਜਾ ਰਹੀਆਂ ਨੇ। ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੇ 5 ਮੈਂਬਰੀ ਕਮੇਟੀ ਵੀ ਬਣਾਈ ਹੈ। ਉਸ ਕਮੇਟੀ ਦੇ ਅੱਗੇ ਕੁਝ ਆਗੂ ਪੇਸ਼ ਹੋਏ ਨੇ, ਕੁਝ ਪੇਸ਼ ਨਹੀਂ ਹੋਏ। ਸੋ ਇਹ ਆਪਣੇ ਆਪ ਦੇ ਵਿੱਚ ਜਿਹੜੇ ਨਹੀਂ ਪੇਸ਼ ਹੋਏ, ਮਹੰਤ ਕਰਮਜੀਤ ਸਿੰਘ, ਉਹਨਾਂ ਨੇ ਕਹਿ ਦਿੱਤਾ ਜੀ ਮੈਂ ਤਾਂ ਅਕਾਲ ਤਖਤ ਸਾਹਿਬ ਤੇ ਜਾਵਾਂਗਾ, ਜਦੋਂ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਕਮੇਟੀ ਬਣਾਈ ਹੈ। ਸੋ ਇਹ ਆਪਣੇ ਆਪ ਦੇ ਵਿੱਚ ਜਿਹੜੀ ਤਕਰਾਰਬਾਜ਼ੀ ਹੈ, ਤੇ ਇਸ ਦੇ ਵਿੱਚ ਇਹ ਸਾਨੂੰ ਸਾਰਿਆਂ ਨੂੰ ਬਾਹਰ ਨਿਕਲਣਾ ਪਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੁਸੀਂ ਦੇਖੋ ਕਿ ਕਿੰਨੇ ਉਤਰਾਅ ਚੜ੍ਹਾਅ ਆਏ ਨੇ, ਕਈ ਤਰ੍ਹਾਂ ਦੇ ਵਖਰੇਵੇਂ। ਮੈਂ ਇੱਕ ਪੁਆਇੰਟ ਦੇ ਉੱਤੇ ਆਣਾ, ਮੈਂ ਇੱਕ ਪੁਆਇੰਟ ਦੇ ਉੱਤੇ ਆਵਾਂਗਾ ਪਲੀਜ਼। ਪੀਰ ਮੁਹੰਮਦ ਸਾਹਿਬ, ਤੁਸੀਂ ਬਹੁਤ ਸਾਰੇ ਪੁਆਇੰਟ ਇਕੱਠੇ ਰੱਖ ਦਿੱਤੇ। ਅਸੰਤ ਸਾਹਿਬ, ਤੁਹਾਡੇ ਤੱਕ ਆਵਾਜ਼ ਆ ਰਹੀ ਹੈ ਮੇਰੀ? ਭੁਪਿੰਦਰ ਸਿੰਘ ਅਸੰਤ ਜੀ। ਬਿਲਕੁਲ ਬਿਲਕੁਲ ਸਰ, ਇੱਕ ਮੈਂ ਨਿਆਮੀਆ ਸਾਹਿਬ ਦਾ ਰੁਕ ਕਰਾਂ, ਪਰ ਉਸ ਤੋਂ ਪਹਿਲਾਂ ਤੁਹਾਡੀ ਇੱਕ ਸਟੇਟਮੈਂਟ ਜ਼ਰੂਰੀ ਹੈ। ਅਕਾਲੀ ਦਲ ਨੂੰ ਲੱਗ ਰਿਹਾ ਹੈ ਕਿ ਹਰਿਆਣਾ ਦੇ ਵਿੱਚ ਗੁਰਦੁਆਰਾ ਕਮੇਟੀ ਦੇ ਵਿੱਚ ਪਤਾ ਹੀ ਨਹੀਂ ਕਦੋਂ ਤਖਤਾ ਪਲਟ ਹੋ ਜਾਣਾ ਹੈ। ਕਹਿੰਦੇ ਅਸੀਂ ਸੁਣਿਆ ਸੀ ਸਰਕਾਰਾਂ ਦੇ ਵਿੱਚ ਤਖਤਾ ਪਲਟ ਹੁੰਦਾ ਹੈ, ਇੱਥੇ ਸ਼ਾਮ ਨੂੰ ਕੋਈ ਹੋਰ ਹੈ, ਸਵੇਰੇ ਕੋਈ ਹੋਰ ਹੈ, ਇਸ ਤਰੀਕੇ ਨਾਲ ਤਖਤਾ ਪਲਟ ਹੋ ਰਿਹਾ। ਇੱਥੇ ਪਤਾ ਨਹੀਂ ਲੱਗ ਰਿਹਾ ਕਿ ਕੌਣ ਕਦੋਂ ਪ੍ਰਧਾਨ ਬਣਾ ਦਿੱਤਾ ਜਾਵੇ। ਇਹੋ ਜਿਹੀ ਗੱਲ ਕੋਈ ਨਹੀਂ। ਪਹਿਲੋਂ ਸਰਦਾਰ ਝਿੰਡਾ ਸਾਹਿਬ ਪ੍ਰਧਾਨ ਸਨ ਜੀ, ਉਸ ਤੋਂ ਬਾਅਦ ਟਾਈਮ ਟੂ ਟਾਈਮ ਇਲੈਕਸ਼ਨ ਹੋਇਆ। ਬਾਬਾ ਬਲਜੀਤ ਸਿੰਘ ਦਾਦੂਵਾਲ ਸਤਿਕਾਰਯੋਗ ਬਣੇ, ਮੇਰੇ ਛੋਟੇ ਭਰਾ ਨੇ, ਸਾਡੇ ਸਤਿਕਾਰਯੋਗ ਨੇ, ਉਹ ਬਣੇ, ਉਹਨਾਂ ਨੇ ਕਮਾਂਡ ਸੰਭਾਲੀ। ਉਸ ਤੋਂ ਉਪਰੰਤ ਸਮੁੱਚਾ ਪ੍ਰਬੰਧ ਆ ਗਿਆ ਹਰਿਆਣੇ ਕੋਲ। ਅੱਗੇ 5 ਗੁਰਦੁਆਰਿਆਂ ਦਾ ਸੀ ਦਾਦੂਵਾਲ ਸਾਹਿਬ ਕੋਲ, ਸਮੁੱਚਾ ਪ੍ਰਬੰਧ ਆ ਗਿਆ ਜੀ ਸਾਰੇ ਦਾ। SGPC ਜੋ ਇਹਨਾਂ SGPC ਨੇ ਕੇਸ ਪਾਇਆ, ਸੁਪਰੀਮ ਕੋਰਟ ਚੋਂ ਖਾਰਜ ਹੋ ਗਿਆ, ਹਰਿਆਣਾ ਕਮੇਟੀ ਜਿੱਤ ਗਈ। ਉਹ ਸਮੁੱਚੇ ਪ੍ਰਬੰਧ ਨਾਲ ਦੁਬਾਰਾ ਹਟਾਓ ਕਮੇਟੀ ਬਣੀ 18 ਮਹੀਨਿਆਂ ਦੀ, ਉਹ ਸੰਤ ਕਰਮਜੀਤ ਸਿੰਘ ਹੀ ਬਣ ਗਏ। ਕਿਸੇ ਕਾਰਨ ਉਹ ਨਹੀਂ ਚੱਲ ਸਕੀ, ਉਹ ਜ਼ਿੰਮੇਵਾਰੀ ਮੈਨੂੰ ਮਿਲ ਗਈ ਹੈ। ਪਲਟਾ ਝਾਤ ਨਹੀਂ ਆ ਰਿਹਾ, ਕੋਈ ਇਹੋ ਜਿਹੀ ਗੱਲ ਨਹੀਂ। ਮੈਂ ਤੇ ਸ਼ੁਕਰਾਨਾ ਕਰਨਾ ਕਿ ਅਕਾਲੀ ਦਲ ਨੇ ਹਰਿਆਣਾ ਕਮੇਟੀ ਨੂੰ ਨਾ ਮਾਨਤਾ ਦੇ ਦਿੱਤੀ ਹੈ। ਪਹਿਲੂ ਤੇ ਮਾਨਤਾ ਹੀ ਨਹੀਂ ਸਾਨੂੰ ਦਿੰਦੇ, ਆਂਦੇ ਹਨ ਕਮੇਟੀ ਕੋਈ ਨਹੀਂ। ਮੈਂ ਤੇ ਬੜਾ ਸ਼ੁਕਰਾਨਾ ਕਰਨਾ ਇਹਨਾਂ ਮਾਨਤਾ ਤੇ ਦੇ ਦਿੱਤੀ ਹੈ। ਇਹ ਤਾਂ ਇਹੋ ਜਿਹੀ ਗੱਲ ਨਹੀਂ। ਸਤਿਕਾਰਯੋਗ ਨੇ ਸਾਡੇ ਸਾਰੇ ਪੀਰ ਮੁਹੰਮਦ ਜੀ, ਸਤਿਕਾਰਯੋਗ ਨੇ ਬਾਬਾ ਦਾਦੂਵਾਲ ਸਿੰਘ ਜੀ, ਸਤਿਕਾਰਯੋਗ ਨੇ। ਬੜੇ ਬਾਬਾ ਜੀ ਦਾਦੂਵਾਲ ਤੇ ਬੜੀ ਵਧੀਆ ਕਮੇਟੀ ਚਲਾਈ ਹੈ, ਬੜੇ ਤਰੀਕੇ ਨਾਲ ਚਲਾਈ ਹੈ। ਪਰ ਸਰਕਾਰਾਂ ਦੀ ਮਰਜ਼ੀ ਜਿਹਨੂੰ ਬਣਾਉਣਾ ਸੀ, ਕਰਮਜੀਤ ਸਿੰਘ ਨੂੰ ਬਣਾਇਆ। ਬਾਬੇ ਦਾਦੂਵਾਲ ਨੇ ਤਾਂ ਕਮੇਟੀ ਦਾ ਬਜਟ ਵੀ ਵਧਾ ਦਿੱਤਾ ਸੀ, ਕਿੰਨਾ ਬਜਟ ਸੀ, ਦੂਣਾ ਚੋਣਾ ਕਰਤਾ ਸੀ। ਇਹੋ ਜਿਹੀਆਂ ਗੱਲਾਂ ਨਹੀਂ। ਅੱਜ ਵੀ ਮੇਰੇ ਭਰਾ ਨੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ, ਮੈਨੂੰ ਪਤਾ ਹੈ। ਦਾਦੂਵਾਲ ਸਾਹਿਬ ਉਹਨੂੰ ਆਪਣੀ ਕੋਈ ਜ਼ਿੰਮੇਵਾਰੀ ਸੰਭਾਲਣਗੇ, ਸਿਸਟਮ ਕਰਾਂਗੇ ਤੇ ਸਾਰੇ ਮਿਲ ਕੇ ਚੱਲਾਂਗੇ। ਬਹੁਤ ਵਧੀਆ ਕਮੇਟੀ ਚੱਲੇਗੀ। ਮੈਂ ਉਸ ਸਵਾਲ ਦੇ ਉੱਤੇ ਆਣਾ ਸਰ, ਮੈਂ ਉਸ ਸਵਾਲ ਦੇ ਉੱਤੇ ਆਵਾਂਗਾ ਕਿ ਕਿੰਨੀਆਂ ਧਿਰਾਂ ਹੁਣ ਹੋ ਜਾਣਗੀਆਂ, ਕਿ ਇਕੱਠੇ ਲੜੋਗੇ ਚੋਣ ਜਾਂ ਨਹੀਂ। ਮੈਂ ਇੱਕ ਵਾਰ ਗੁਰਪ੍ਰੀਤ ਸਿੰਘ ਨਿਆਮੀਆ ਜੀ ਸਾਡੇ ਨਾਲ ਨੇ।
ਨਿਆਮੀਆ ਜੀ ਸਾਡੇ ਨਾਲ ਨੇ, ਬਹੁਤ ਸੀਨੀਅਰ ਜਰਨਲਿਸਟ ਨੇ, ਪੰਥਕ ਮੁੱਦਿਆਂ ਦੀ ਬਹੁਤ ਸਮਝ ਰੱਖਦੇ ਨੇ। ਮੈਂ ਇੱਕ ਵਾਰ ਉਹਨਾਂ ਦਾ ਰੁਖ ਕਰ ਲਵਾਂ। ਨਿਆਮੀਆ ਜੀ, ਉਮੀਦ ਹੈ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ। ਇਸ ਸਮੇਂ ਇਸ ਪੂਰੀ ਸਿਚੁਏਸ਼ਨ ਨੂੰ ਕਿਵੇਂ ਦੇਖ ਰਹੇ ਹੋ? ਜਿਹੜੇ ਸੰਗਤ ਦੇ ਲੋਕ ਨੇ ਇਸ ਸਮੇਂ, ਜਿਹੜੇ ਦਰਸ਼ਕ ਤੁਹਾਨੂੰ ਸੁਣ ਰਹੇ ਹੋਣਗੇ, ਉਹ ਵੀ ਸਮਝਣਾ ਚਾਹੁੰਦੇ ਨੇ ਕਿ ਇੱਕ ਮੀਟਿੰਗ ਜਿਹੜੀ ਪੰਜੋਖਰਾ ਸਾਹਿਬ ਦੇ ਵਿੱਚ ਹੋਈ ਸੀ, ਜਿਸ ਦੇ ਵਿੱਚ ਖੂਬ ਵਿਵਾਦ ਹੁੰਦਾ ਹੈ, ਕਿ ਉਹ ਮੀਟਿੰਗ ਹੀ ਆਧਾਰ ਬਣ ਗਈ ਕਿ ਹੁਣ ਗੱਲ ਸਿੱਧਾ ਜਾ ਕੇ ਇਲੈਕਸ਼ਨ ਦੀ ਤੁਰ ਪਈ ਹੈ। ਗੌਰਵ ਜੀ, ਇਹ ਮੰਨਿਆ ਤਾਂ ਇਹੀ ਜਾਂਦਾ ਹੈ ਜੀ ਕਿ ਜਿਹੜੀ ਪੰਜੋਖਰਾ ਸਾਹਿਬ ਮੀਟਿੰਗ ਹੋਈ ਸੀ, ਉਹਦੇ ਵਿੱਚ ਜਿਹੜਾ ਵਾਦ ਵਧਿਆ, ਬਹੁਤ ਜ਼ਿਆਦਾ ਵੱਧ ਗਿਆ, ਉਹੀ ਇੱਕ ਕਾਰਨ ਬਣਿਆ ਹੈ ਸਰਦਾਰ ਜਰ ਸਿੰਘ ਜੀ ਨੂੰ ਪ੍ਰਧਾਨ ਬਣਾਉਣ ਦਾ। ਜੀ ਪਰ ਮੇਰਾ ਇਹ ਮੰਨਣਾ ਹੈ, ਇਸ ਤੋਂ ਮੈਂ ਥੋੜਾ ਜਿਹਾ ਇੱਕ ਪਾਸੇ ਰਾਜਨੀਤਿਕ ਜਿਹੜਾ ਚੱਲਦਾ ਨਾ, ਇਹ ਤਾਂ ਥੋੜਾ ਜਿਹਾ ਇੱਕ ਪਾਸੇ ਹੋ ਕੇ ਮੈਂ ਗੱਲ ਕਰਨੀ ਚਾਹੁੰਦਾ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਚਾਹੇ ਹਰਿਆਣਾ ਮੈਨੇਜਮੈਂਟ ਕਮੇਟੀ ਹੋਵੇ, ਜੋ ਗੁਰਦੁਆਰਿਆਂ ਦੀਆਂ ਗੁਪਤਾਵਾਂ ਕਮੇਟੀਆਂ ਨੇ, ਉਹਨਾਂ 'ਚ ਕਿਸੇ ਸਿਆਸੀ ਪਾਰਟੀ ਨੂੰ ਹਿੱਸਾ ਹੀ ਨਹੀਂ ਲੈਣਾ ਚਾਹੀਦਾ। ਇਹ ਜਿਹੜਾ ਕਾਟੋ ਹੁੰਦਾ ਹੈ, ਸਿਆਸੀ ਪਾਰਟੀਆਂ ਦੇ ਕਾਰਨ ਹੁੰਦਾ। ਸਾਡੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਧਿਰ ਬਣਦਾ ਆਇਆ ਜੀ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਸਿਆਸੀ ਖੇਤਰ ਵਿੱਚ ਵੀ ਪੰਜਾਬ ਤੇ ਉਹਦਾ ਪਕੜ ਰਹੀ ਹੈ ਜੀ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਉਹਦੀ ਪਕੜ ਰਹੀ ਹੈ ਹੁਣ ਤੱਕ ਜੀ। ਤੇ ਮੈਨੂੰ ਹੈਰਾਨੀ ਦੀ ਹੈ, ਚਲੋ ਇਹਨੂੰ ਮੈਂ ਮੰਨਦਾ ਚੰਗਾ ਸ਼ਗਨ ਜੇ ਹਰਿਆਣਾ ਸਰਕਾਰ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਤਿਆਰ ਹੋ ਜਾਂਦੀ ਹੈ, ਪਰ ਇੱਥੇ ਕੇਂਦਰ ਸਰਕਾਰ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਨੂੰ 11-12 ਸਾਲ ਹੋ ਗਏ, ਇਹਦੇ ਬਾਰੇ ਕੋਈ ਨਹੀਂ ਸੋਚ ਰਿਹਾ। ਠੀਕ ਹੈ, ਲੋਕਾਂ ਦੇ ਜੋ ਥੋੜੀ ਆਵਾਜ਼ ਦੇ ਵਿੱਚ ਦਿੱਕਤ ਹੈ, ਬਹੁਤ ਕਲੀਅਰ ਨਿਆਮੀਆਂ ਸਾਹਿਬ ਆਵਾਜ਼ ਨਹੀਂ ਆ ਰਹੀ। ਮੈਂ ਇੱਕ ਵਾਰੀ ਟੀਮ ਨੂੰ ਦੁਬਾਰਾ ਕਹਿਣਾ ਕਿ ਤੁਹਾਨੂੰ ਦੁਬਾਰਾ ਇੱਕ ਵਾਰੀ ਜ਼ਰੂਰ ਜੋੜ ਲੈਣਗੇ। ਮੈਂ ਦਾਦੂਵਾਲ ਜੀ ਦਾ ਉਨੀ ਦੇਰ ਰੁਕ ਕਰਦਾ। ਦਾਦੂਵਾਲ ਜੀ, ਦੇਖੋ ਜਿਹੜੇ ਅਕਾਲੀ ਦਲ ਦੇ ਨੁਮਾਇੰਦੇ ਬੈਠੇ ਨੇ, ਉਹ ਕਹਿੰਦੇ ਕਿ ਰਾਜਸੀ ਜਿਹੜੀ ਦਖਲਅੰਦਾਜ਼ੀ ਹੋ ਰਹੀ ਹੈ, ਉਸ ਤੋਂ ਹਰਿਆਣਾ ਦੇ ਜਿਹੜੇ ਸਿੱਖ ਨੇ ਉਹ ਬਹੁਤ ਔਖੇ ਨੇ। ਕਹਿੰਦੇ ਮੈਂ ਫਲਾਣੀ ਜਗ੍ਹਾ ਗਿਆ ਹੋਇਆ ਸੀ ਇੱਕ ਥਾਂ ਤੇ, ਉੱਥੇ ਜਾ ਕੇ ਵੀ ਇਹੀ ਗੱਲਾਂ ਹੋ ਰਹੀਆਂ ਸੀ ਕਿ ਦੇਖੋ ਰਾਜਸੀ ਦਖਲਅੰਦਾਜ਼ੀ ਬਹੁਤ ਹੋ ਰਹੀ ਹੈ, ਤਖਤਾ ਕਦੋਂ ਪਲਟ ਹੋ ਜਾਵੇ, ਕੌਣ ਕਦੋਂ ਪ੍ਰਧਾਨ ਬਣ ਜਾਵੇ, ਇੱਥੇ ਕੁਝ ਨਹੀਂ ਪਤਾ। ਦੇਖੋ ਗੌਰਵ ਜੀ, ਸਭ ਤੋਂ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਇਲੈਕਸ਼ਨ ਸਿਸਟਮ ਨਹੀਂ, ਸਿਲੈਕਸ਼ਨ ਸਿਸਟਮ ਹੋਣਾ ਚਾਹੀਦਾ। ਸ਼ੁਰੂ ਤੋਂ ਹੀ ਸੁਹਿਰਦ ਸਿੱਖਾਂ ਦੀ ਮੰਗ ਰਹੀ ਹੈ, ਪਰ ਜਦੋਂ ਅਸੀਂ ਇਲੈਕਸ਼ਨ ਸਿਸਟਮ ਵਿੱਚ ਪਏ ਆ 1925 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਲਿਆਂਦੀ, ਤੇ ਅੱਜ ਤੱਕ ਅਸੀਂ ਬੜੇ ਮਾਣ ਨਾਲ ਕਹਿੰਦੇ ਕਿ ਅਸੀਂ ਸ਼ਹਾਦਤਾਂ ਦੇ ਕੇ, ਸ਼ਹੀਦੀਆਂ ਪਾ ਕੇ ਅਸੀਂ ਹੋਂਦ ਵਿੱਚ ਲਿਆਂਦੀ। ਉਸ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ, ਹੁਣ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ। ਹੋਣਾ ਤਾਂ ਸਿਲੈਕਸ਼ਨ ਸਿਸਟਮ ਚਾਹੀਦਾ ਕਿ ਜਿਹੜਾ ਯੋਗ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਏ। ਪਰ ਜਦੋਂ ਅਸੀਂ ਇਲੈਕਸ਼ਨਾਂ ਦੇ ਰਾਹ ਪਏ ਆ, ਤੇ ਇਲੈਕਸ਼ਨਾਂ ਜਿਹੜੇ ਐਕਟ ਨੇ ਉਹ ਕਿਹਨਾਂ ਨੇ ਬਣਾਏ ਨੇ? ਸਰਕਾਰਾਂ ਨੇ। ਜਦੋਂ ਐਕਟ ਸਰਕਾਰਾਂ ਨੇ ਬਣਾਏ ਨੇ, ਵਾਰਡਬੰਦੀ ਸਰਕਾਰਾਂ ਨੇ ਕਰਾਉਣੀ ਹੈ, ਵੋਟਾਂ ਸਰਕਾਰਾਂ ਨੇ ਬਣਾਉਣੀਆਂ, ਫਿਰ ਸਰਕਾਰਾਂ ਦੀ ਦਖਲਅੰਦਾਜ਼ੀ ਤਾਂ ਰਹੇਗੀ। ਔਰ ਮੈਨੂੰ ਇਸ ਗੱਲ ਤੋਂ ਵੀ ਕੋਈ ਗੁਰੇਜ਼ ਨਹੀਂ ਹੈ, ਸਰਦਾਰ ਪੀਰ ਮੁਹੰਮਦ ਸਾਹਿਬ ਬੈਠੇ ਨੇ, ਕਰਨੈਲ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਜੀ। ਸ਼ੁਰੂਆਤ ਕਿਹਨਾਂ ਨੇ ਕੀਤੀ ਸਰਕਾਰਾਂ ਦੀ ਦਖਲਅੰਦਾਜ਼ੀ ਦੀ? ਗੁਰਦੁਆਰਿਆਂ 'ਚ ਪੰਜਾਬ ਤੋਂ ਹੋਈ ਹੈ ਨਾ, ਸ਼੍ਰੋਮਣੀ ਕਮੇਟੀ ਤੋਂ ਹੋਈ ਹੈ ਨਾ। ਸ਼੍ਰੋਮਣੀ ਕਮੇਟੀ 'ਚ ਜੋ ਦਖਲਅੰਦਾਜ਼ੀ ਹੋਈ ਅਕਾਲੀ ਸਰਕਾਰ ਵੇਲੇ, ਦਖਲਅੰਦਾਜ਼ੀ ਇਹ ਹੋਈ ਕਿ ਜੇ ਪ੍ਰਧਾਨ ਲਾਉਣਾ ਤਾਂ ਵੀ ਅਕਾਲੀ ਦਲ ਨੇ, ਜਥੇਦਾਰ ਲਾਉਣੇ ਨੇ ਤਾਂ ਵੀ ਉਹਨਾਂ ਦੇ ਪੁਆਇੰਟ ਹੋਣੇ ਨੇ। ਇਲੈਕਟਿਵ ਨੇ ਤਾਂ ਪਾਸ ਮੁੱਦੇ ਉੱਤੇ ਆਵਾਂ, ਤੁਹਾਨੂੰ ਲੱਗਦਾ ਕਿ ਡਾਇਰੈਕਟਲੀ ਸਿਲੈਕਟ ਕਰ ਦੋ ਕਿ ਇਹ ਲੋਕ, ਜਿਵੇਂ ਐਡਹੌਕ ਕਮੇਟੀ ਬਣੀ ਹੋਈ ਹੈ, ਤੁਸੀਂ ਚਾਹ ਰਹੇ ਹੋ ਕਿ ਇਲੈਕਸ਼ਨ ਦੀ ਜਗ੍ਹਾ ਸਿਲੈਕਸ਼ਨ ਦੇ ਉੱਤੇ ਫੋਕਸ ਹੋਣਾ ਚਾਹੀਦਾ? ਨਹੀਂ, ਇਹ ਕਮੇਟੀਆਂ 'ਚ ਨਹੀਂ, ਮੈਂ ਕਹਿ ਰਿਹਾ ਸਿਲੈਕਸ਼ਨ ਪੰਥ ਵੱਲੋਂ ਕੌਮ ਨਹੀਂ, ਫਿਰ ਗੱਲ ਤਾਂ ਉੱਥੇ ਉਹੀ ਆ ਜਾਂਦੀ ਹੈ ਕਿ ਕੁਝ ਲੋਕ ਸਿਲੈਕਟ ਕਰ ਦਿੰਦੇ ਨੇ, ਉਸ ਦੇ ਉੱਤੇ ਇਤਰਾਜ਼ ਜਤਾਉਂਦੇ ਹੋ। ਨਹੀਂ, ਸਿੱਖ ਸੰਗਤਾਂ ਵੱਲੋਂ ਮੈਂ ਇਹੀ ਕਹਿ ਰਿਹਾ ਕਿ ਸੰਗਤਾਂ ਦੀ ਸੁਹਿਰਦ ਸਿੱਖਾਂ ਦੀ ਮੰਗ ਹੈ ਕਿ ਸਿਲੈਕਸ਼ਨ ਸਿਸਟਮ ਹੋਵੇ, ਸਿਲੈਕਸ਼ਨ ਸਿਸਟਮ। ਪਰ ਜੇ ਹੁਣ ਇਲੈਕਸ਼ਨਾਂ ਦੇ ਰਾਹ ਪਏ ਆ ਤੇ ਇਲੈਕਸ਼ਨਾਂ ਦੇ ਐਕਟ ਜਿਹੜੇ ਉਹ ਸਰਕਾਰਾਂ ਨੇ ਬਣਾਏ ਆ। ਸਰਕਾਰਾਂ, ਹਾਂ, ਲੋੜ ਤੋਂ ਵੱਧ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ, ਪਰ ਇਹ ਲੋੜ ਤੋਂ ਵੱਧ ਦਖਲਅੰਦਾਜ਼ੀ ਸ਼ੁਰੂ ਵੀ ਅਕਾਲੀ ਦਲ ਨੇ ਕੀਤੀ ਆ। ਦੁਖਾਂਤ ਸਾਡਾ ਇਹ ਆ ਕਿ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਉਹੀ ਅੱਜ ਇਤਰਾਜ਼ ਕਰਦੇ ਆ। ਤੁਹਾਡੀ ਪੰਜਾਬ ਦੇ ਵਿੱਚੋਂ ਛੇੜੀ ਹੋਈ ਬਿਮਾਰੀ ਦਿੱਲੀ ਗਈ, ਹਰਿਆਣੇ 'ਚ ਆਈ ਜਾਂ ਕਿਤੇ ਵੀ ਗਈ, ਇਹ ਸਾਰਾ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂਆਤ ਕੀਤੀ ਗਈ ਆ ਦਖਲਅੰਦਾਜ਼ੀ ਦੀ। ਤੇ ਇਸ ਕਾਰਨ ਕਰਕੇ ਜਿਹੜਾ ਅੱਜ ਸਾਰੀ ਜਗ੍ਹਾ ਤੇ ਜਿੱਥੇ ਤੁਸੀਂ ਇਤਰਾਜ਼, ਤੁਸੀਂ ਤਾਂ ਕਮ ਸੋ ਕਮ ਇਤਰਾਜ਼ ਨਾ ਕਰੋ, ਹੋਰ ਕੋਈ ਠੀਕ ਹੈ। ਚਲੋ ਮੈਂ ਇੱਕ ਵਾਰੀ ਰਿਐਕਸ਼ਨ ਲੈਣਾ, ਸਾਂਝੀ ਦਾ ਵੀ ਮੈਂ ਰੁਕ ਕਰਾਂਗਾ, ਉਸ ਤੋਂ ਬਾਅਦ ਮੈਂ ਸਾਂਝੀ ਦਾ ਰੁਕ ਕਰਾਂਗਾ। ਪੀਰ ਮੁਹੰਮਦ ਸਾਹਿਬ,
ਇਲੈਕਸ਼ਨ ਸਿਲੈਕਸ਼ਨ ਦਾ ਜ਼ਿਕਰ ਕਰ ਰਹੇ ਨੇ ਦਾਦੂਵਾਲ ਜੀ। ਆਪਾਂ ਅੱਜ ਦੀ ਚਰਚਾ ਬਹੁਤ ਇੰਪੋਰਟੈਂਟ ਹੈ ਇਸ ਕਰਕੇ ਵੀ ਹੈ ਕਿਉਂਕਿ ਕਿ ਬਾਕੀ ਜੋ ਇੱਕ ਫਾਰਮੂਲਾ ਅਪਣਾਇਆ ਗਿਆ ਹੈ ਚੋਣ ਦਾ, ਉਹ ਬਿਲਕੁਲ ਠੀਕ ਹੈ ਜਾਂ ਉਸ ਦੇ ਉੱਤੇ ਵੀ ਗੌਰ ਕਰਨ ਦੀ ਲੋੜ ਹੈ? ਬਿਲਕੁਲ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਸਿਲੈਕਸ਼ਨ ਹੀ ਹੋਣੀ ਚਾਹੀਦੀ ਹੈ। ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧ ਦੇ ਵਿੱਚ ਸਿਲੈਕਸ਼ਨ ਬੜੀ ਜ਼ਰੂਰੀ ਹੈ, ਪਰ ਮੈਂ ਇਹ ਗੱਲ ਕਹਾਂਗਾ ਕਿ ਬੀਤੇ ਦੇ ਵਿੱਚ ਜੇ ਝਾਤ ਮਾਰੀਏ, ਇੱਕ ਬੀਬੀ ਪ੍ਰਧਾਨ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਦੇ ਨਾਲ ਜੇ ਉਸ ਵਕਤ ਝਿੰਡਾ ਸਾਹਿਬ ਦੇ ਨਲਵੀ ਸਾਹਿਬ ਦੇ ਕੋਈ ਮਤਭੇਦ ਹੋਏ ਤਾਂ ਉਹਨਾਂ ਨੇ, ਤੁਸੀਂ ਮੌਕੇ ਦੀਆਂ ਸਰਕਾਰਾਂ ਦੀ ਵੇਖੋ ਕੋਸ਼ਿਸ਼ ਕਿ ਉਹਨਾਂ ਨੇ ਇੱਕ ਵੱਖਰੀ ਕਮੇਟੀ ਬਣਾਉਣ ਵਾਸਤੇ ਹੀ ਉਹਨਾਂ ਨੂੰ ਉਕਸਾ ਲਿਆ। ਤੁਸੀਂ ਦੇਖੋ ਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਹੁਣੇ ਵੀ ਪ੍ਰਧਾਨ ਰਹੇ ਨੇ ਦਾਦੂਵਾਲ ਸਾਹਿਬ ਵੀ, ਸੰਧ ਸਾਹਿਬ ਪ੍ਰਧਾਨ ਬਣੇ ਨੇ, ਇਹਨਾਂ ਦੇ ਨਾਲ ਵੀ ਕਿਸੇ ਦੇ ਮਤਭੇਦ ਹੋ ਸਕਦੇ ਆ, ਲੇਕਿਨ ਮਤਭੇਦ ਤੋਂ ਬਾਅਦ ਉਹ ਕਹਿਣ ਕਿ ਅਸੀਂ ਇੱਕ ਵੱਖਰੀ ਹੋਰ ਹਰਿਆਣੇ ਦੇ ਵਿੱਚੋਂ ਕਮੇਟੀ ਬਣਾ ਦਿੰਦੇ ਆ। ਇਹ ਕੋਈ ਵੀ ਗੱਲ ਠੀਕ ਨਹੀਂ ਹੈਗੀ। ਪ੍ਰਧਾਨਾਂ ਦੇ ਨਾਲ ਜਿਹੜੇ ਐਗਜ਼ੈਕਟਿਵ ਮੈਂਬਰ, ਦੇਖੋ ਉੱਥੋਂ ਤਾਂ ਗੱਲ ਅੱਗੇ ਵੱਧ ਗਈ ਪੀਰ ਮੁਹੰਮਦ ਸਾਹਿਬ, ਉੱਥੋਂ ਤਾਂ ਅੱਗੇ ਗੱਲ ਵੱਧ ਗਈ, ਤੁਸੀਂ ਵੀ ਸਮਝ ਰਹੇ ਹੋ। ਦੇਖੋ ਸੰਧ ਜੀ ਇੱਕ ਤਾਂ ਤੁਹਾਡਾ ਧੰਨਵਾਦ ਕਰ ਰਹੇ ਨੇ, ਪ੍ਰਧਾਨ ਜੀ ਸਾਡੇ ਨਾਲ ਜੁੜੇ ਹੋਏ ਨੇ, ਉਹ ਧੰਨਵਾਦ ਤੁਹਾਡਾ ਕਰ ਰਹੇ ਨੇ ਕਿ ਠੀਕ ਹੈ ਤੁਸੀਂ HSC-MC ਦੀ ਜਿਹੜੀ ਹੋਂਦ ਹੈ ਉਸ ਨੂੰ ਕਬੂਲਿਆ ਤਾਂ ਸਹੀ। ਹਾਂਜੀ ਮੇਰੀ ਗੱਲ ਪੀਰ ਮੁਹੰਮਦ ਜੀ ਕੋਲ ਮੈਂ ਆ ਰਿਹਾ, ਸੰਜੀ ਤੁਹਾਡੇ ਕੋਲ ਆ ਰਿਹਾ। ਸਰਕਾਰ ਨੇ ਸਾਡੇ ਵਿੱਚੋਂ, ਪੀਰ ਮੁਹੰਮਦ ਜੀ ਸਾਡੇ ਵਿੱਚੋਂ ਅਲੱਗ ਕਰਕੇ ਇੱਕ ਸੰਸਥਾ ਬਣਾ ਦਿੱਤੀ। ਅਸੀਂ ਕਿਸੇ ਵੀ ਟਕਰਾਅ ਦੇ ਵਿੱਚ ਵੇਖੋ ਇਹਨਾਂ ਨੇ ਗੁਰਦੁਆਰਿਆਂ ਦਾ ਪ੍ਰਬੰਧ ਲਿਆ। ਧਾਮੀ ਸਾਹਿਬ ਨੇ ਕਿਹਾ, ਐਡਵੋਕੇਟ ਰਜਿੰਦਰ ਸਿੰਘ ਧਾਮੀ ਨੇ, ਕਿ ਤੁਸੀਂ ਜੋ ਸੁਪਰੀਮ ਕੋਰਟ ਵੱਲੋਂ ਜਾਂ ਜਿਹੜੀ ਮੌਕੇ ਦੀ ਸਰਕਾਰ ਹੈ, ਜਿਹੜੇ ਵੀ ਉਹਨਾਂ ਨੇ ਕੀਤਾ ਪ੍ਰਬੰਧ ਬਣਾ ਦਿੱਤਾ, ਤੁਹਾਨੂੰ ਅਡਹਾਕ ਕਮੇਟੀ ਬਣਾਤੀ ਹੈ ਕਿ ਅਸੀਂ ਤੁਹਾਨੂੰ ਪੁਰਅਮਨ ਢੰਗ ਦੇ ਨਾਲ ਤੁਹਾਨੂੰ ਤੁਹਾਡੇ ਜਿਹੜੇ ਪ੍ਰਬੰਧ ਨੇ ਉਹ ਤੁਹਾਨੂੰ ਤੁਹਾਡੇ ਹਵਾਲੇ ਕਰ ਦਿੰਨੇ ਆ। ਕਿਤੇ ਵੀ ਟਕਰਾਅ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਨੇ ਕਿਤੇ ਟਕਰਾਅ ਪੈਦਾ ਹੀ ਨਹੀਂ ਕੀਤਾ। ਮੈਂ ਤਾਂ ਇਹ ਵੀ ਗੱਲ ਕਹਾਂਗਾ ਕਿ ਬੀਤੇ ਦੇ ਵਿੱਚ ਤੁਸੀਂ ਦੇਖੋ ਇੱਕ ਤੋਂ ਇੱਕ ਬਾਅਦ ਇਹਨਾਂ ਦਾ ਜਿਹੜਾ ਆਪਸੀ ਟਕਰਾਅ ਚੱਲ ਰਿਹਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਤਾਂ ਕੋਈ ਟਕਰਾਅ ਹੀ ਨਹੀਂਗਾ, ਇਹਨਾਂ ਦਾ ਤਾਂ ਹੁਣ ਜਿਹੜਾ ਇੱਕ ਪਰਸਨੈਲਿਟੀ ਕਲੈਸ਼ ਬਣ ਗਿਆ, ਇੱਕ ਦੂਸਰੇ ਦੇ ਨਾਲ ਹੀ ਇਹਨਾਂ ਦਾ ਝਗੜਾ ਚੱਲ ਰਿਹਾ। ਪਰ ਮੈਂ ਇਹ ਗੱਲ ਕਹਾਂਗਾ ਕਿ ਭੁਪਿੰਦਰ ਸਿੰਘ ਸੰਧ ਜੀ ਬੜੇ ਸਾਡੇ ਸਤਿਕਾਰਯੋਗ ਨੇ, ਬੜਾ ਤਜਰਬਾ ਇਹਨਾਂ ਦੇ ਕੋਲ, ਇਹ ਕੋਸ਼ਿਸ਼ ਕਰਨ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਚੋਣਾਂ ਦੇ ਝੰਜਟ, ਜਿਵੇਂ ਦਾਦੂਵਾਲ ਸਾਹਿਬ ਨੇ ਕਿਹਾ, ਇਹਦੇ ਝੰਜਟ ਤੋਂ ਬਾਹਰ ਹੀ ਆ ਜਾਈਏ। ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੁਬਾਰਾ ਮਜ਼ਬੂਤ ਕਰੀਏ, ਇਕੱਠੇ ਬੈਠੀਏ, ਟੇਬਲ ਟਾਕ ਹੋਵੇ ਤੇ ਸਾਰੇ ਮਸਲੇ ਹੱਲ ਹੋ ਸਕਦੇ ਆ। ਮੈਂ ਅੱਗੇ ਵਧਾਂ, ਕਿਉਂ ਆਪਾਂ ਆਪਣੀ ਨਹੀਂ ਤੁਹਾਡਾ ਇਲੈਕਸ਼ਨ ਸਿਲੈਕਸ਼ਨ ਵਾਲਾ ਫਾਰਮੂਲਾ ਕੀ ਹੈ ਕਿ ਚੋਣਾਂ ਆਮ ਜਿਹੜੇ ਆਮ ਵੋਟਰ ਨੇ, ਸਿੱਖ ਵੋਟਰ ਨੇ, ਜਿਨ੍ਹਾਂ ਦੀ ਵੋਟ ਬਣਦੀ ਹੈ ਉਹ ਵੋਟ ਨਾ ਕਰਨ, ਡਾਇਰੈਕਟਲੀ ਸਿਲੈਕਟ ਕੀਤਾ ਜਾਵੇ ਕਿ ਇਹ ਹੁਣ ਕਮੇਟੀ ਹੈ, ਇਹ ਸੰਭਾਲੇਗੀ ਕਾਰਜਭਾਰ, ਗੁਰਦੁਆਰਿਆਂ ਦੇ ਪ੍ਰਬੰਧ ਸੰਭਾਲੇਗੀ? ਮੈਨੂੰ ਸਵਾਲ ਹੈ ਜੀ। ਜੀ ਬਿਲਕੁਲ ਪੀਰ ਮੁਹੰਮਦ ਜੀ, ਮੈਂ ਬਿਲਕੁਲ ਬਹਿ ਗੱਲ ਕਹਿਣਾ ਕਿ ਸਿਲੈਕਸ਼ਨ ਵੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਆਪਣੇ ਆਪ ਦੇ ਵਿੱਚ ਸਿੱਖ ਕੌਮ ਦੀ ਪਾਰਲੀਮੈਂਟ ਹੈ, ਕੋਈ ਇਹਨੂੰ ਮਿੰਨੀ ਪਾਰਲੀਮੈਂਟ ਕਹਿੰਦਾ ਪਰ ਮੈਂ ਇਹਨੂੰ ਸਿੱਖਾਂ ਦੀ ਪਾਰਲੀਮੈਂਟ ਕਹਾਂਗਾ, ਤੇ ਉਹਦੇ ਵਿੱਚ ਵੀ ਸਿਲੈਕਸ਼ਨ ਹੋਵੇ। ਇਹ ਇਲੈਕਸ਼ਨ ਵੀ ਜੇ ਹੁੰਦੀ ਹੈ ਤਾਂ ਉਹਦਾ ਕੋਈ ਢੰਗ ਤਰੀਕਾ ਜਿਹੜਾ ਹੈ, ਇੱਕ ਦੂਸਰੇ ਨੂੰ ਮੰਦਾ ਚੰਗਾ ਬੋਲ ਕੇ, ਇੱਕ ਦੂਜੇ ਦੇ ਉੱਤੇ ਗੰਭੀਰ ਇਲਜ਼ਾਮ ਲਾ ਕੇ, ਇੱਕ ਦੂਸਰੇ ਨੂੰ ਨਿੰਦ ਕੇ ਜਾਂ ਇੱਕ ਦੂਜੇ ਪ੍ਰਤੀ ਗਾਲ ਮੰਦਾ ਕਰਕੇ, ਉਹਦੇ ਵਿੱਚੋਂ ਵੇਖੋ ਅਸੀਂ ਚਾਰ ਬੈਠੇ ਆ ਇੱਥੇ ਤੁਹਾਡੇ ਸਾਹਮਣੇ, ਚਾਰੇ ਸਿੱਖੀ ਸਰੂਪ ਵਾਲੇ ਚਿਹਰੇ ਨੇ, ਤੇ ਜੇ ਅਸੀਂ ਇੱਥੇ ਲੜੀ ਜਾਈਏ ਤੇ ਜਿਹੜਾ ਵਿਸ਼ਵ ਦੇ ਵਿੱਚ ਜਿਹੜੇ ਲੋਕ ਬੈਠੇ ਨੇ, ਜਿਹੜੇ ਤਾਂ ਸਾਡੀ ਆਪਣੀ ਕੌਮ ਦੇ ਨੇ, ਉਹਦੇ ਤੋਂ ਇਲਾਵਾ ਜਿਹੜੀਆਂ ਦੂਜੀਆਂ ਕੌਮਾਂ, ਉਹਨਾਂ ਨੇ ਤਾਂ ਇੱਕ ਸਿੱਖ ਨੂੰ ਵੇਖਣਾ ਕਿ ਸਿੱਖ ਨਾਲ ਕਿਉਂ ਉਲਝ ਰਿਹਾ। ਸਾਨੂੰ ਆਪਣਾ ਜਿਹੜਾ ਦੁਨੀਆ ਦੇ ਵਿੱਚ ਅਕਸ ਜਿਹੜਾ ਹੈ ਉਹਨੂੰ ਵਿਗਾੜਨਾ ਨਹੀਂ ਚਾਹੀਦਾ। ਨਹੀਂ ਤੁਹਾਡੀ ਗੱਲ ਤਾਂ ਸਿਆਣੀ ਨਜ਼ਰ ਆ ਰਹੀ ਹੈ, ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਉਹ ਕੰਮ ਅਸੀਂ ਆਪ ਜਿਹੜੀ ਸਿਆਸਤ ਹੁੰਦੀ ਹੈ ਉਹ ਲੈਵਲ ਬਹੁਤ ਹੇਠਾਂ ਚਲਿਆ ਜਾਂਦਾ ਹੈ। ਮੈਂ ਭੁਪਿੰਦਰ ਜੀ ਦਾ ਇੱਕ ਵਾਰੀ ਰੁਕ ਕਰਦਾ, ਨਿਆਮੀਆਂ ਸਾਹਿਬ ਵੀ ਦੁਬਾਰਾ ਸਾਡੇ ਨਾਲ ਜੁੜ ਚੁੱਕੇ ਨੇ। ਬਿਲਕੁਲ ਜੀ, ਭੁਪਿੰਦਰ ਜੀ ਇਲੈਕਸ਼ਨ ਸਿਲੈਕਸ਼ਨ ਵਾਲਾ ਇੱਥੇ ਜ਼ਿਕਰ ਹੋ ਰਿਹਾ ਹਰਿਆਣੇ ਦੇ ਵਿੱਚ ਕੀ ਹੋ ਰਿਹਾ, ਹਰਿਆਣੇ ਦੇ ਵਿੱਚ ਜਿਸ ਪੱਧਰ ਦੇ ਉੱਤੇ ਮੈਂ ਇਲਜ਼ਾਮਬਾਜ਼ੀ ਆ ਰਹੀ ਹੈ, ਤੁਸੀਂ ਬਹੁਤ ਡਿਟੇਲ ਦੇ ਨਾਲ ਆਪਣੀ ਗੱਲ ਰੱਖੀ, ਆਪਾਂ ਇੱਕ ਵਾਰੀ ਸੁਣ ਲਈਏ ਕੀ ਕੁਝ ਕਹਿ ਰਹੇ ਭੁਪਿੰਦਰ ਸਿੰਘ ਸਾਹਿਬ ਜੀ। ਭੁਪਿੰਦਰ ਸਿੰਘ ਜੀ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਣੀ ਹੈ। ਦੇਖੋ ਦਾਦੂਵਾਲ ਜੀ ਔਰ ਅਕਾਲੀ ਦਲ ਦੇ ਨੁਮਾਇੰਦੇ ਪੀਰ ਮੁਹੰਮਦ ਜੀ ਬੈਠੇ ਨੇ, ਉਹ ਇਹ ਜ਼ਿਕਰ ਕਰ ਰਹੇ ਨੇ ਕਿ ਇੱਕ ਤਾਂ ਜੇ ਤੁਸੀਂ ਇਸ ਸਮੇਂ ਇਲੈਕਸ਼ਨ ਸਿਲੈਕਸ਼ਨ ਵਾਲੀ ਜਿਹੜੀ ਪੂਰੀ ਗੱਲ ਹੋ ਰਹੀ ਹੈ ਉਸ ਦੇ ਉੱਤੇ ਕੀ ਰਿਐਕਸ਼ਨ ਹੈ, ਦੂਜਾ ਉਹ ਕਹਿ ਰਹੇ ਕਿ ਤੁਸੀਂ ਸੋਚ ਰਹੇ ਹੋ ਕਿ ਅਸੀਂ ਮੰਨ ਲਿਆ ਜਾਂ ਅਸੀਂ ਹੋਂਦ ਨੂੰ ਕਬੂਲ ਕਰ ਲਿਆ, ਪਰ ਅਸੀਂ ਕੋਈ ਟਕਰਾਅ ਨਹੀਂ ਚਾਹੁੰਦੇ ਸੀ। ਟਕਰਾਅ ਤਾਂ ਤੁਹਾਡੇ ਆਪਸ ਦੇ ਵਿੱਚ ਇਸ ਸਮੇਂ ਨਾ ਹੋਇਆ
ਸ਼੍ਰੋਮਣੀ ਕਮੇਟੀ ਦੇ ਨਾਲ ਕੋਈ ਟਕਰਾਅ ਨਹੀਂ, ਪਰ ਤੁਸੀਂ ਇਕੱਠੇ ਹੋਵੋ ਤੇ ਮਜ਼ਬੂਤ ਕਰੋ ਸ਼੍ਰੋਮਣੀ ਕਮੇਟੀ ਨੂੰ ਮੁੜ ਤੋਂ। ਨਹੀਂ, ਅਸੀਂ ਤੇ ਬੇਨਤੀ ਕਰਨੇ ਆ, ਇਹ ਜਿਹੜੀ ਹਰਿਆਣਾ ਕਮੇਟੀ ਹੈ ਜੀ, ਇਹ ਬਣਨੀ ਹੀ ਨਹੀਂ ਸੀ। ਇਹ ਸਾਡੇ ਵੱਡੇ ਭਰਾਵਾਂ ਨੇ, ਸਤਿਕਾਰਯੋਗ ਪੀਰ ਮੁਹੰਮਦ ਜੀ ਬੈਠੇ ਨੇ, ਦਾਦੂ ਆਪ ਸਾਹਿਬ ਬੈਠੇ ਨੇ, ਮਿਆਨੀਆਂ ਸਾਹਿਬ ਬੈਠੇ ਨੇ, ਬੜੇ ਸਿਆਣੇ ਨੇ ਪੀਰ ਮੁਹੰਮਦ ਜੀ, ਇਹਨਾਂ ਦੀ ਮੈਂ ਇੰਟਰਵਿਊ ਸੁਣਦਾ ਰਹਿਣਾ ਵਾ। ਪਰ ਇਹ ਸਾਡੇ ਵੱਡਿਆਂ ਨੇ ਕਰਾਈ, ਇਹ ਅਲੱਗਾ ਸਾਧ ਨਹੀਂ ਸੀ ਕਰਨੀ। ਇਹ ਇੱਕ ਦੋ ਬੰਦਿਆਂ ਨੂੰ ਅੱਗੇ ਲਾ ਕੇ ਰੱਖਣਾ, ਇੱਕ ਦੋ ਬੰਦਿਆਂ ਨੂੰ ਅੱਗੇ ਲਾ ਕੇ ਰੱਖਣਾ। ਜਾਨੀ ਕਿ ਜੇ ਝਿੰਡਾ ਸਾਹਿਬ ਜਿੱਤੇ ਸਨ, ਜਦੋਂ 1996 ਚ ਇਲੈਕਸ਼ਨ ਹੋਇਆ ਸੀ, ਉਦੋਂ ਝਿੰਡਾ ਸਾਹਿਬ ਜਿੱਤੇ ਸਨ ਤੇ ਇਹਨਾਂ ਰਘੁਜੀਤ ਸਿੰਘ ਵਿਰਕ ਨੂੰ ਧੱਕੇ ਨਾਲ ਲਾ ਕੇ ਬੰਸੀ ਲਾਲ ਦੀ ਸਰਕਾਰ ਤੋਂ ਜਿਤਾਇਆ ਜੀ। ਬਾਦਲ ਸਾਹਿਬ ਨੇ ਆ ਕੇ ਸਾਰਾ ਅਮਲਾ ਫੈਲਾ ਠੋਕਤਾ। ਮੈਂ ਉਦੋਂ ਬਾਦਲ ਅਕਾਲੀ ਦਲ ਤੋਂ ਜਿੱਤਿਆ ਸਾਂ। ਇਹਨਾਂ ਰਘੁਜੀਤ ਸਿੰਘ ਵਿਰਕ ਨੂੰ ਕਰਨਾਲ ਸਾਰਾ ਅਮਲਾ ਫੈਲਾ ਠੋਕ ਕੇ ਬੰਸੀ ਲਾਲ ਨੂੰ ਆ ਕੇ ਇਲੈਕਸ਼ਨ ਦੁਬਾਰਾ ਕਰਾ ਕੇ ਉਹ ਸੀਟ ਦਾ ਝਿੰਡਾ ਸਾਹਿਬ ਨੂੰ ਹਰਾ ਕੇ ਆਪ ਗਏ, ਨਹੀਂ ਤੇ ਪਹਿਲਾਂ ਝਿੰਡਾ ਜਿੱਤਿਆ ਸੀ। ਇਹ ਜਿਹੜੇ ਨੇ ਬੀਜੇ ਨੇ, ਇਹ ਸਰਦਾਰ ਇਹਨਾਂ ਸਾਡੇ ਬਾਦਲ ਪਰਿਵਾਰ ਦੇ ਬੀਜੇ ਨੇ, ਨਹੀਂ ਤੇ ਇਹੋ ਜਿਹੀ ਕੋਈ ਗੱਲ ਨਹੀਂ ਸੀ। ਕਮੇਟੀ ਅੱਡ ਨਹੀਂ ਸੀ ਹੋਣੀ, ਅਸੀਂ ਅੱਡ ਨਹੀਂ ਸਾਂ ਚਾਹੁੰਦੇ, ਨਾ ਕੋਈ ਸਰਕਾਰਾਂ ਚਾਹੁੰਦੀਆਂ। ਸਰਕਾਰਾਂ ਨੂੰ ਤੇ ਮਜਬੂਰੀ ਕਰਤੀ ਹਰਿਆਣੇ ਦੇ ਸਿੱਖਾਂ ਨੇ, ਅਸਾਂ ਖੱਟੜ ਸਰਕਾਰ ਨੂੰ ਮਜਬੂਰ ਕਰਤਾ ਇਹਨਾਂ ਕੋ ਹਰਿਆਣੇ ਦੇ ਸਿੱਖਾਂ ਨੇ। ਮੇਰੇ ਵੀਰ ਦਾਦੂ ਸਾਹਿਬ ਜੀ ਬੜੇ ਸਿਆਣੇ ਨੇ, ਇਹ ਜਾਂਦੇ ਰਹੇ ਨੇ, ਮੈਂ ਜਾਂਦਾ ਰਿਹਾ। ਇਹਨਾਂ ਬੜੀ ਮਿਹਨਤ ਕੀਤੀ ਹਰਿਆਣਾ ਕਮੇਟੀ ਬਣਾਉਣ ਵਾਸਤੇ, ਕਿਉਂਕਿ ਜਦੋਂ ਸਾਨੂੰ ਪੰਜਾਬ ਤੋਂ ਕੁਝ ਮਿਲਦਾ ਨਹੀਂ ਸੀ, ਸਾਡੇ ਭਰਾਵਾਂ ਤੋਂ ਸਾਡਾ ਨੁਕਸਾਨ ਬੜਾ ਹੋਇਆ ਹੈ ਰਾਜਨੀਤੀ 'ਚ। ਇਸ ਕਾਰਨ ਸਾਨੂੰ ਇਹਨਾਂ ਆਖਣਾ ਤੁਹਾਨੂੰ ਇੰਨੀਆਂ ਸੀਟਾਂ ਦਵਾਂਗੇ ਐਮਐਲਏ 'ਚ, ਅਖੀਰ ਤੇ ਇੱਕ ਸੀਟ ਵੀ ਨਾ ਦਵਾਣੀ ਵਿਧਾਨ ਸਭਾ ਦੀ, ਪਹਿਲੂ ਕਾਲਾ ਉਹਦੇ ਨਾਲ ਚਟਾਲੇ ਨੂੰ ਵੋਟਾਂ ਪਾ ਦਿਓ। ਇਹੋ ਜਿਹਾ ਮਸਲਾ ਹੁੰਦਾ ਰਿਹਾ ਏ, ਜਿਹੜਾ ਅਸੀਂ ਬੜੇ ਪਰੇਸ਼ਾਨ ਹੋਏ। ਫਿਰ ਅਕਾਲੀ ਦਲ ਨਾਲੋਂ ਟੁੱਟ ਕੇ ਹਰਿਆਣਾ ਕਮੇਟੀ ਬਣਾਈ ਏ, ਆਪਣਾ ਸਾਰਾ ਹੋਣ ਦਾ ਜ਼ੋਰ ਲਾ ਕੇ। ਸਰਕਾਰ ਥੋੜਾ ਜਿਹਾ ਹੈਰਾਨ ਕਰਨ ਵਾਲਾ ਮਾਮਲਾ ਜ਼ਰੂਰ ਹੈ ਕਿ ਜੇ ਵਿਧਾਨ ਸਭਾ ਦੇ ਵਿੱਚ ਕੋਈ ਨੁਮਾਇੰਦਗੀ ਅਕਾਲੀ ਦਲ ਦੀ ਟਿਕਟ ਦੇ ਉੱਤੇ ਨਹੀਂ ਮਿਲੀ ਤਾਂ ਫਿਰ ਅਕਾਲੀ ਦਲ ਤੋਂ ਵੱਖ ਹੋਣਾ ਸੀ ਨਾ, ਸ਼੍ਰੋਮਣੀ ਕਮੇਟੀ ਤੋਂ ਵੱਖ ਕਿਉਂ ਹੋ ਗਏ? ਮੇਰੀ ਬੇਨਤੀ ਸੁਣੋ ਨਾ, ਅਕਾਲੀ ਦਲ ਇੱਕ ਕੱਲਾ ਰਘੁਜੀਤ ਸਿੰਘ ਵਿਰਕ ਜਿਉਂ ਤੋਂ ਇਹਨੂੰ ਹੋਸ਼ ਸੰਭਾਲੀ ਹੈ, ਜਦ ਮੈਂ ਅਸੀਂ 1996 ਦੇ ਆਏ, 1996 ਤੋਂ ਲੱਗ ਕੇ ਰਘੁਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਐਗਜ਼ੈਕਟਿਵ ਕਮੇਟੀ ਸੀਨੀਅਰ ਮੀਤ ਪ੍ਰਧਾਨ, ਐਗਜ਼ੈਕਟਿਵ ਕਮੇਟੀ ਕੀ ਗੱਲ ਹੋਰ ਹਰਿਆਣੇ 'ਚ ਮੈਂਬਰ ਐਸਜੀਪੀਸੀ ਕੋਈ ਨਹੀਂ ਸਨ, ਮੈਂ ਵੀ ਤੇ ਜਿੱਤਦਾ ਸਾਂ, ਸਾਨੂੰ ਕਿਉਂ ਨਹੀਂ ਬਣਾਇਆ ਮੀਤ ਪ੍ਰਧਾਨ? ਸਾਰੇ ਹਰਿਆਣੇ ਨੂੰ ਦੁੱਖ ਸੀ, ਸਾਰਾ ਹਰਿਆਣਾ ਮੇਰੇ ਨਾਲ ਖੜਾ ਹੈ ਭਾਜੀ। ਮੈਂ 1996 ਦਾ ਬਣਿਆ ਵਾ, 27-28 ਸਾਲ ਦਾ ਮੇਰਾ ਤਜਰਬਾ ਹੈ, ਮੇਰਾ ਲੋਕਾਂ ਨਾਲ ਪਿਆਰ ਹੈ। ਅੱਜ ਵੀ ਮੈਨੂੰ ਲੱਖਾਂ ਲੋਕਾਂ ਨੇ ਪਿਆਰ ਕੀਤਾ, ਅੱਜ ਲੱਖਾਂ ਲੋਕਾਂ ਨੇ ਮੇਰਾ ਹਾਰ ਪਾ ਕੇ, ਮੇਰਾ ਹਾਲ ਨਹੀਂ ਰਿਹਾ ਖੂਨ ਦਾ, ਲੱਖਾਂ ਲੋਕਾਂ ਨੇ ਮੈਨੂੰ ਪਿਆਰ ਕੀਤਾ ਹੈ ਤੇ ਲੋਕੀ ਮੇਰੇ ਨਾਲ ਪਿਆਰ ਕਰਦੇ ਨੇ। ਲੋਕਾਂ ਦੇ ਮਨਾਂ 'ਚ ਦੁੱਖ ਆਏ ਵੀ ਹਰਿਆਣਾ ਕਮੇਟੀ ਅਲੱਗ ਕਰ ਲਓ, ਜੇ ਤੁਹਾਨੂੰ ਇਹ ਪਿਆਰ ਨਹੀਂ ਕਰਦੇ ਤੇ ਬਾਦਲ ਤੁਹਾਨੂੰ ਕੁਝ ਨਹੀਂ ਬਣਾਉਂਦੇ। ਤੇ ਹਰਿਆਣੇ ਦੇ ਸਿੱਖਾਂ ਨੂੰ ਇਹਨਾਂ ਇੱਕੋ ਬੰਦਾ ਪਿੱਠੂ ਲਾ ਕੇ ਰੱਖਿਆ ਜਿਹੜਾ ਇਹਨਾਂ ਨੂੰ ਮਾਲ ਗਦਾਮ ਦਿੰਦਾ ਸੀ, ਉਹੀ ਬੰਦਾ ਕੱਲਾ ਰਣਜੀਤ ਸਿੰਘ, ਬਾਕੀ ਸਾਰਿਆਂ ਨੂੰ ਪਿੱਛਾ ਕਰਤਾ। ਇਸ ਕਰਕੇ ਹਰਿਆਣਾ ਕਮੇਟੀ ਬਣੀ।